ਜਿਨ੍ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ, ਭਾਵੇਂ ਉਹ ਨੀਵੀਂ ਜਾਤ ਵਾਲੇ ਸਨ, ਲੋਕ ਉਹਨਾਂ ਨੂੰ ਕਹਿੰਦੇ ਸਨ ਕਿ ਇਹ ਨੀਵੀਂ ਜਾਤ ਵਾਲੇ ਹਨ, ਇਹਨਾਂ ਦੀ ਜਾਤ ਨੀਵੀਂ ਹੈ, ਇਸ ਕਰਕੇ ਹੈਗੇ ਵੀ ਨੀਵੇਂ ਹਨ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਆਡ ਦਾਮ ਕੋ ਛਿਪਰੋ ਹੋਇਓ ਲਾਖੀਣਾ। ਲੋਕ ਕਹਿੰਦੇ ਸਨ ਕਿ ਇਹ ਨਾਮਦੇਵ ਅੱਧੀ ਦਮੜੀ ਦਾ ਬੰਦਾ ਹੈ। ਇਹ ਕਾਹਦਾ ਬੰਦਾ ਹੈ? ਕੁਝ ਵੀ ਨਹੀਂ। ਪਰ ਜਦ ਨਾਮ ਜਪਿਆ ਕਹਿੰਦੇ ਹੋਇਓ ਲਾਖੀਣਾ। ਫਿਰ ਉਹੀ ਲੋਕ ਆਖਣ ਲੱਗੇ, ਨਹੀਂ ਜੀ ਇਹ ਤਾਂ ਲੱਖਾਂ ਦਾ ਹੈ, ਇਸ ਦੀ ਤਾਂ ਕੀਮਤ ਨਹੀਂ ਪਾਈ ਜਾ ਸਕਦੀ, ਇਹ ਤਾਂ ਬੜਾ ਮਹਾਨ ਹੈ, ਇਹ ਤਾਂ ਪੂਜਨੀਕ ਹੈ। ਇਸ ਕਰਕੇ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਵੀ ਨੀਵਿਆਂ ਨੇ ਪ੍ਰਮਾਤਮਾ ਦਾ ਨਾਮ ਜਪਿਆ, ਉਹਨਾਂ ਤੇ ਮਾਲਕ ਨੇ ਕਿਰਪਾ ਕੀਤੀ, ਉੱਚੇ ਹੋ ਗਏ। ਔਰ ਜੇਕਰ ਕੋਈ ਉੱਚੀ ਜਾਤ ਦੇ ਵਿੱਚੋਂ ਵੀ ਜਪੇ ਤਾਂ ਉਸ ਦਾ ਵੀ ਮਾਣ ਸਤਿਕਾਰ ਵੱਧਦਾ ਹੈ, ਉਸ ਦਾ ਹੋਰ ਵੱਧ ਜਾਂਦਾ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਵੀ ਬਚਨ ਆਉਂਦੇ ਹਨ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਆਡ ਦਾਮ ਕੋ ਛਿਪਰੋ ਹੋਇਓ ਲਾਖੀਣਾ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ। ਕਹਿੰਦੇ ਇਹ ਬਿਦ ਸੁਣ ਕੇ ਜੱਟ ਰੋ ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਜਿੱਥੇ ਸਤਿਗੁਰੂ ਜੀ ਨੇ ਗਰੀਬਾਂ ਨੂੰ ਨਿਵਾਜਿਆ, ਜਿਨ੍ਹਾਂ ਦੀ ਭਾਵਨਾ ਸੀ ਭਾਵੇਂ ਧਨ ਕਰਕੇ ਵੱਡੇ ਸਨ, ਪ੍ਰਭਤਾ ਕਰਕੇ ਮਹਾਨ ਸਨ, ਪਰ ਜਿਹੜੇ ਗੁਰੂ ਦੇ ਅੱਗੇ ਝੁਕ ਗਏ ਸਤਿਗੁਰਾਂ ਨੇ ਉਹਨਾਂ ਨੂੰ ਵੀ ਨਿਵਾਜਿਆ। ਜਿੱਥੇ ਗਰੀਬ ਭਾਈ ਲਾਲੋ ਦੇ ਘਰ ਨੂੰ ਸਤਿਗੁਰੂ ਜੀ ਨੇ ਭਾਗ ਲਾਏ, ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਾਏ ਬਲਾਰ ਵਰਗੇ ਰਾਜੇ ਮਹਾਰਾਜਿਆਂ ਨੂੰ ਵੀ ਨਿਵਾਜਿਆ, ਸਨਮੁਖ ਸ਼ਾਹੂਕਾਰ ਵਰਗਿਆਂ ਨੂੰ ਵੀ ਨਿਵਾਜਿਆ, ਉਹਨਾਂ ਨੂੰ ਵੀ ਬ੍ਰਹਮ ਗਿਆਨੀ ਬਣਾਇਆ, ਉਹਨਾਂ ਤੇ ਵੀ ਕਿਰਪਾ ਕੀਤੀ। ਤੋ ਕਹਿੰਦੇ ਜਿਹੜੇ ਵੀ ਪ੍ਰਮਾਤਮਾ ਦੇ ਨਾਮ ਦਾ ਸਹਾਰਾ ਲੈਂਦੇ ਹਨ ਉਹ ਨੀਵੇਂ ਨਹੀਂ ਰਹਿ ਜਾਂਦੇ, ਉੱਚੇ ਹੋ ਜਾਂਦੇ ਹਨ, ਮਹਾਨ ਹੋ ਜਾਂਦੇ ਹਨ। ਗੁਰੂ ਗਰੀਬ ਨਿਵਾਜ ਹੈ, ਪਰ ਸਾਧ ਸੰਗਤ ਜੀ ਜੇਕਰ ਕੋਈ ਮਨ ਕਰਕੇ ਵੀ ਝੁਕ ਜਾਵੇ, ਪਰ ਇਸ ਤਰ੍ਹਾਂ ਦੇਖਣ ਦੇ ਵਿੱਚ ਬਹੁਤ ਘੱਟ ਮਿਲਦਾ ਹੈ ਮੁਆਫ ਕਰਨਾ। ਭਾਵੇਂ ਕੋਈ ਜਾਤ ਕਰਕੇ ਉੱਚਾ ਹੋਵੇ, ਭਾਵੇਂ ਕੋਈ ਜਾਤ ਕਰਕੇ ਨੀਵਾਂ ਹੋਵੇ, ਆਪਣੀ ਹਉਮੈ ਛੱਡਣ ਵਾਸਤੇ ਕੋਈ ਵੀ ਤਿਆਰ ਨਹੀਂ ਹੁੰਦਾ। ਕਿਸੇ ਨੂੰ ਵੀ ਪੁੱਛ ਕੇ ਦੇਖੋ, ਕਹੇਗਾ ਵੀ ਮੈਂ ਕਿਸੇ ਦੇ ਨਾਲੋਂ ਘੱਟ ਨਹੀਂ, ਮੈਂ ਵੀ ਵੱਧ ਹੀ ਹਾਂ। ਪਰ ਕਹਿੰਦੇ ਜਿਹੜੇ ਮਨ ਕਰਕੇ ਵੀ ਨੀਵੇਂ ਹੋ ਜਾਂਦੇ ਹਨ, ਜਿਹੜੇ ਗੁਰੂ ਦੇ ਅੱਗੇ ਝੁਕ ਜਾਂਦੇ ਹਨ, ਜਿਹੜੇ ਪਰਮੇਸ਼ਰ ਦੇ ਨਾਮ ਦਾ ਸਹਾਰਾ ਲੈ ਲੈਂਦੇ ਹਨ, ਫਿਰ ਉੱਤਮ ਪਦਵੀ ਪਾਏ, ਮਹਾਨ ਆਤਮਿਕ ਅਵਸਥਾ ਦੇ ਮਾਲਕ ਬਣ ਜਾਂਦੇ ਹਨ। ਕਿਉਂਕਿ ਇਸ ਬ੍ਰਹਿਮੰਡ ਦੇ ਅੰਦਰ ਸਭ ਤੋਂ ਉੱਚੀ ਪਦਵੀ ਸਹਿਜ ਅਵਸਥਾ ਦੀ ਪਦਵੀ ਹੈ। ਨਾਮ ਦੀ ਬਰਕਤ ਦੇ ਨਾਲ ਉਹਨਾਂ ਨੂੰ ਸਹਿਜ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਉਹਨਾਂ ਦੀ ਆਤਮਿਕ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ। ਪੁੱਛੋ ਬਿਦਰ ਦਾਸੀ ਸੁਤੈ
ਕਿਸ਼ਨ ਉਤਰਿਆ ਘਰ ਜਿਸ ਜਾਏ। ਹੁਣ ਹਜੂਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਤਿਹਾਸਕ ਪ੍ਰਮਾਣ ਦੱਸਦੇ ਹਨ। ਕਹਿੰਦੇ ਹੈ ਭਾਈ, ਭਾਵੇਂ ਤੁਸੀਂ ਬਿਦਰ ਨੂੰ ਜਾ ਕੇ ਪੁੱਛ ਲਓ, ਪੁੱਛੋ ਬਿਦਰ ਦਾਸੀ ਸੁੱਤਾ ਹੈ। ਜਿਹੜਾ ਦੇਖਣ ਨੂੰ, ਜਿਹੜਾ ਕਹਿਣ ਨੂੰ ਤਾਂ ਦਾਸੀ ਦਾ ਪੁੱਤਰ ਹੈ, ਪਰ ਕਹਿੰਦੇ ਸ਼ਰਧਾ ਉਸ ਦੀ ਇੰਨੀ ਸੀ, ਭਾਵਨਾ ਉਸ ਦੀ ਇੰਨੀ ਸੀ ਕਿ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਸਿੱਧੇ ਉਸ ਦੇ ਘਰ ਦੇ ਵਿੱਚ ਗਏ। ਕਿਸ਼ਨ ਉਤਰਿਆ ਘਰ ਜਿਸ ਜਾਏ। ਇਸ ਘਟਨਾ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕੀਤਾ ਹੈ। ਭਾਈ ਸਾਹਿਬ ਜੀ ਫਰਮਾਉਂਦੇ ਹਨ, ਆਇਆ ਸੁਣਿਆ ਬਿਦਰ ਦੇ ਬੋਲੇ ਦੁਰਜੋਧਨ ਹੋਏ ਰੁੱਖਾ। ਕਹਿੰਦੇ ਦੁਰਜੋਧਨ ਨੂੰ ਪਤਾ ਲੱਗਿਆ ਕਿ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਆਏ ਹਨ ਸਾਡੀ ਨਗਰੀ ਦੇ ਵਿੱਚ, ਪਰ ਉਹ ਸਿੱਧੇ ਬਿਦਰ ਦੇ ਘਰ ਦੇ ਵਿੱਚ ਪਹੁੰਚ ਗਏ ਹਨ। ਸ਼੍ਰੀ ਕ੍ਰਿਸ਼ਨ ਜੀ ਨੂੰ ਮਿਲੇ, ਦੁਰਜੋਧਨ ਮਿਲਿਆ, ਬੜੇ ਰੁੱਖੇ ਬੋਲਾਂ ਦੇ ਨਾਲ ਬੋਲਣ ਲੱਗਾ। ਆਖਣ ਲੱਗਾ, ਮਹਾਰਾਜ ਜੀ ਸਾਡੇ ਘਰ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ, ਤੁਸੀਂ ਇੱਕ ਦਾਸੀ ਦੇ ਪੁੱਤਰ ਦੇ ਘਰ ਦੇ ਵਿੱਚ ਕਿਉਂ ਚਲੇ ਗਏ? ਅਸੀਂ ਤੁਹਾਡੀ ਸੇਵਾ ਕਰਦੇ, ਟਹਿਲ ਕਰਦੇ, ਤੁਹਾਨੂੰ ਹੱਥਾਂ ਤੇ ਚੁੱਕਦੇ। ਆਇਆ ਸੁਣਿਆ ਬਿਦਰ ਦੇ ਬੋਲੇ ਦੁਰਜੋਧਨ ਹੋਏ ਰੁੱਖਾ। ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਹੇ ਕਿ ਸੁੱਖਾ। ਕਹਿੰਦੇ ਗੋਲੇ ਦੇ ਘਰ ਦੇ ਵਿੱਚ ਕੀ ਤੁਸੀਂ ਸੁੱਖ ਦੇਖ ਲਿਆ ਜਿਹੜੇ ਸਿੱਧੇ ਗੋਲੇ ਦੇ ਘਰ ਦੇ ਵਿੱਚ ਚਲੇ ਗਏ? ਕਹਿੰਦੇ ਜੇ ਮੇਰੇ ਘਰ ਨਹੀਂ ਆਉਣਾ ਸੀ ਤਾਂ ਹੋਰ ਵੀ ਬੜੇ ਬੜੇ ਸਨ। ਭੀਸ਼ਮ ਦ੍ਰੋਣਾ ਕਰਨ ਤਜ ਸਭਾ ਸ਼ਿੰਗਾਰ ਵੱਡੇ ਮਨੁੱਖਾ। ਭੀਸ਼ਮ ਦੇ ਘਰ ਚਲੇ ਜਾਂਦੇ, ਦ੍ਰੋਣਾ ਦੇ ਘਰ ਦੇ ਵਿੱਚ ਚਲੇ ਜਾਂਦੇ, ਉਹਨਾਂ ਦੇ ਘਰਾਂ ਦੇ ਵਿੱਚ ਚਲੇ ਜਾਂਦੇ। ਅੱਗੋਂ ਫਿਰ ਭਗਵਾਨ ਨੇ ਜਿਹੜਾ ਉੱਤਰ ਦਿੱਤਾ, ਹੱਸ ਬੋਲੇ ਭਗਵਾਨ ਜੀ, ਸੁਣਿਓ ਰਾਜਾ ਹੋਏ ਸਨ ਮੁਖਾ। ਭਾਉ ਜਵੇਹਾ ਬਿਦਰ ਦੇ ਹੋਰੀ ਦੇ ਚਿਤ ਚਾਓ ਨਾ ਚੁੱਖਾ। ਕਹਿੰਦੇ ਹੈ ਰਾਜਨ, ਜਿਸ ਤਰ੍ਹਾਂ ਦੀ ਭਾਵਨਾ ਮੈਂ ਬਿਦਰ ਦੀ ਦੇਖੀ ਹੈ ਨਾ, ਉਹ ਤੁਹਾਡੇ ਅੰਦਰ ਮੈਨੂੰ ਦਿਖਾਈ ਨਹੀਂ ਦੇ ਰਹੀ। ਗੱਲ ਗਰੀਬੀ ਦੀ ਜਾਂ ਗੱਲ ਅਮੀਰੀ ਦੀ ਨਹੀਂ ਸੀ, ਗੱਲ ਤਾਂ ਭਾਵਨਾ ਦੀ ਸੀ। ਜੇ ਤੁਹਾਡੇ ਅੰਦਰ ਭਾਵਨਾ ਹੁੰਦੀ ਤਾਂ ਮੈਂ ਤੁਹਾਡੀ ਅਮੀਰੀ ਕਰਕੇ ਕੋਈ ਨਫ਼ਰਤ ਨਹੀਂ ਕਰਨੀ ਸੀ, ਸਿੱਧਾ ਤੁਹਾਡੇ ਘਰ ਵਿੱਚ ਹੀ ਆਉਣਾ ਸੀ। ਆਖਣ ਲੱਗੇ ਗੋਬਿੰਦ ਭਾਉ ਭਗਤ ਦਾ ਭੁੱਖਾ। ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਨਿਰਣਾ ਦੱਸਿਆ ਹੈ ਕਿ ਪਰਮੇਸ਼ਰ ਕੇਵਲ ਭਾਵਨਾ ਦੇਖਦਾ ਹੈ, ਪਿਆਰ ਦੇਖਦਾ ਹੈ। ਤੋ ਕਹਿੰਦੇ ਭਾਵੇਂ ਤੁਸੀਂ ਬਿਦਰ ਨੂੰ ਪੁੱਛ ਲਓ, ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਫਰਮਾ ਰਹੇ ਹਨ ਕਿ ਸਿੱਧੇ ਬਿਦਰ ਦੇ ਘਰ ਦੇ ਵਿੱਚ ਗਏ ਸਨ। ਉਹ ਕਹਿੰਦੇ ਵੀ ਤੁਹਾਨੂੰ ਅਸੀਂ ਖੀਰਾਂ ਖਵਾਉਂਦੇ, ਕੜਾਹ ਪ੍ਰਸ਼ਾਦ ਖਵਾਉਂਦੇ, ਚੰਗੇ ਚੰਗੇ ਭੋਜਨ ਖਵਾਉਂਦੇ, ਤੁਹਾਡੀ ਸੇਵਾ ਕਰਦੇ। ਪਰ ਅੱਗੋਂ ਭਗਵਾਨ ਨੇ ਜਿਹੜਾ ਉੱਤਰ ਦਿੱਤਾ ਹੈ, ਉਹ ਗੁਰਬਾਣੀ ਦੇ ਵਿੱਚ ਵੀ ਇਸ ਘਟਨਾ ਦਾ ਬਾਰ-ਬਾਰ ਜ਼ਿਕਰ ਕੀਤਾ ਗਿਆ ਹੈ। ਕਹਿੰਦੇ ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਨੀ। ਕਬੀਰ ਕੋ ਠਾਕੁਰ ਆਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਕਹਿੰਦੇ ਭਗਵਾਨ ਨੇ ਸਾਗ ਨੂੰ ਹੀ ਖੀਰ ਦੀ ਤਰ੍ਹਾਂ ਛਕਿਆ, ਬੜੇ ਰਸ ਦੇ ਨਾਲ। ਇਸ ਤਰ੍ਹਾਂ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਜਿਨ੍ਹਾਂ ਦੀ ਭਾਵਨਾ ਹੁੰਦੀ ਹੈ, ਭਾਵੇਂ ਬਿਦਰ ਨੂੰ ਪੁੱਛ ਲਓ, ਸ਼੍ਰੀ ਕ੍ਰਿਸ਼ਨ ਜੀ ਸਿੱਧੇ ਉਹਨਾਂ ਦੇ ਘਰ ਦੇ ਵਿੱਚ ਹੀ ਗਏ ਸਨ।
ਹਰ ਕੀ ਅਕਥ ਕਥਾ ਸੁਨੋ ਜਨ ਭਾਈ। ਹਾਂਜੀ। ਜਿਤ ਸਹਸਾ ਦੁਖ ਭੂਖ ਸਭ ਲਹਿ ਜਾਏ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਹੇ ਭਾਈ, ਉਸ ਵਾਹਿਗੁਰੂ ਜੀ ਦੀ ਕਥਾ ਅਕਥ ਹੈ, ਰਸਨਾ ਦੇ ਨਾਲ ਕਥੀ ਨਹੀਂ ਜਾ ਸਕਦੀ। ਪ੍ਰਮਾਤਮਾ ਬਹੁਤ ਵੱਡਾ ਹੈ, ਬਹੁਤ ਉੱਚਾ ਹੈ। ਜਿਹਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤਿਰਵੰਤ ਨ ਕਿਨਹੀ ਲਹੀਐ। ਪਰ ਕਹਿੰਦੇ ਇਸ ਦਾ ਇਹ ਮਤਲਬ ਨਹੀਂ ਵੀ ਜੇ ਵੱਡਾ ਹੈ, ਜੇ ਉੱਚਾ ਹੈ, ਜੇ ਮਹਾਨ ਹੈ ਤਾਂ ਆਪਾਂ ਉਸ ਦੀ ਸਿਫਤ ਸਲਾਹ ਕਰਨੀ ਹੀ ਨਹੀਂ। ਨਹੀਂ ਜੀ, ਉਸ ਦੀ ਤਾਂ ਕੀਤੀ ਨਹੀਂ ਜਾ ਸਕਦੀ। ਕਹਿੰਦੇ ਕਰਨੀ ਹੈ। ਕਰਨ ਦੇ ਨਾਲ ਮਿਲਦਾ ਕੀ ਹੈ? ਸਤਿਗੁਰੂ ਜੀ ਸਮਝਾ ਰਹੇ ਹਨ। ਕਹਿੰਦੇ ਜਿਹੜੇ ਉਸ ਦੀ ਅਕਥ ਕਥਾ ਕਰਦੇ ਹਨ, ਜਿਹੜੇ ਉਸ ਵਾਹਿਗੁਰੂ ਜੀ ਦੀ ਕੀਰਤੀ ਕਰਦੇ ਹਨ, ਜਿਹੜੇ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ, ਸਿਫਤ ਸਲਾਹ ਕਰਨ ਦੇ ਨਾਲ ਕਹਿੰਦੇ ਫਿਰ ਸਾਰੇ ਜੀਵਨ ਦਾ ਜਿਹੜਾ ਸਹਿਸਾ ਹੈ ਨਾ, ਜਿਹੜਾ ਫਿਕਰ ਹੈ, ਜਿਹੜੀ ਚਿੰਤਾ ਹੈ, ਉਹ ਚਿੰਤਨ ਕਰਨ ਵਾਲਿਆਂ ਦੀ ਸਾਰੀ ਮੁੱਕ ਜਾਂਦੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਫਰਮਾਇਆ ਹੈ ਨਾ, ਚਿੰਤਾ ਮਨ ਚਿਤਵਤ ਚਿੰਤਾ, ਚਿਤ ਤੇ ਚੁਰਾਈ, ਅਜੋਨੀ ਜਪਤ ਜੋਨ ਸੰਕਟ ਕਟਾਏ ਹੈ। ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਆਪਣੀ ਰਸਨਾ ਦੇ ਨਾਲ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹਨਾਂ ਦੇ ਜੀਵਨ ਦੀ ਹਰ ਤਰ੍ਹਾਂ ਦੀ ਚਿੰਤਾ ਪ੍ਰਮਾਤਮਾ ਦੇ ਨਾਮ ਦੀ ਬਰਕਤ ਦੇ ਨਾਲ ਖਤਮ ਹੋ ਗਈ। ਉਹਨਾਂ ਦੀ ਚਿੰਤਾ ਇੰਜ ਅਲੋਪ ਹੋ ਗਈ ਜਿਵੇਂ ਘਰ ਦੇ ਵਿੱਚੋਂ ਕੋਈ ਚੋਰ ਸਮਾਨ ਨੂੰ ਅਲੋਪ ਕਰ ਦਿੰਦੇ ਹਨ, ਚੁਰਾ ਕੇ ਲੈ ਜਾਂਦੇ ਹਨ, ਲੱਭਦਾ ਹੀ ਨਹੀਂ। ਚਿੰਤਾ ਚਿੱਤ ਤੇ ਚੁਰਾਈ। ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਫਿਰ ਉਹਨਾਂ ਦੀ ਚਿੰਤਾ ਉਹਨਾਂ ਦੇ ਜੀਵਨ ਦੇ ਵਿੱਚੋਂ ਚੁਰਾ ਕੇ ਲੈ ਜਾਂਦੇ ਹਨ। ਚਿੰਤਾ ਉਹਨਾਂ ਨੂੰ ਫਿਰ ਲੱਭਦੀ ਨਹੀਂ ਵੀ ਹੈਗੀ ਵੀ ਹੈ ਕਿ ਨਹੀਂ। ਸਤਿਗੁਰੂ ਜੀ ਸਮਝਾ ਰਹੇ ਹਨ, ਜਿਤ ਸਹਿਸਾ ਦੁਖ ਭੂਖ ਸਭ ਲਹਿ ਜਾਏ। ਫਿਰ ਜੀਵਨ ਦੇ ਤਮਾਮ ਦੁੱਖ ਉਹਨਾਂ ਦੇ ਨਿਵਰਤ ਹੋ ਜਾਂਦੇ ਹਨ। ਤ੍ਰਿਸ਼ਨਾ ਆਦਿਕ ਦੀ ਜਿਹੜੀ ਭੁੱਖ ਹੈ ਉਹ ਉਹਨਾਂ ਗੁਰਮੁਖਾਂ ਦੀ ਨਿਵਰਤ ਹੋ ਜਾਂਦੀ ਹੈ ਜਿਹੜੇ ਨਾਮ ਜਪਦੇ ਹਨ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਜੀਵਨ ਦੇ ਵਿੱਚ ਸੰਤੋਖ ਆ ਜਾਂਦਾ ਹੈ, ਜੀਵਨ ਦੇ ਵਿੱਚ ਸੰਤੁਸ਼ਟੀ ਆ ਜਾਂਦੀ ਹੈ, ਲਾਲਚ ਖਤਮ ਹੋ ਜਾਂਦਾ ਹੈ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਕਹਿੰਦੇ ਹਰ ਤਰ੍ਹਾਂ ਦੇ ਦੁੱਖ ਕਲੇਸ਼ ਭੁੱਖ ਆਦਿਕ ਜਿਹੜੀ ਹੈ ਪ੍ਰਮਾਤਮਾ ਦੇ ਨਾਮ ਦੀ ਬਰਕਤ ਦਾ ਸਦਕਾ ਖਤਮ ਹੋ ਜਾਂਦੀ ਹੈ। ਵਿਸ਼ਰਾਮ ਦੇ ਕੇ ਉਪਦੇਸ਼ ਦਿੰਦੇ ਹਨ। ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ। ਸਤਿਗੁਰੂ ਜੀ ਕਹਿੰਦੇ ਦੇਖੋ, ਰਵਿਦਾਸ ਭਾਵੇਂ ਜਾਤ ਕਰਕੇ ਨੀਵਾਂ ਸੀ ਪਰ ਪ੍ਰਮਾਤਮਾ ਦਾ ਨਾਮ ਜਪਿਆ, ਚੌਹਾਂ ਚੱਕਾਂ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੋ ਗਈ ਨਾਮ ਦੀ ਬਰਕਤ ਦਾ ਸਦਕਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਭਗਤ ਭਗਤ ਜਗ ਵੱਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ। ਜਿਹੜੇ ਲੋਕ ਕਹਿੰਦੇ ਸਨ ਜੀ ਇਹ ਤਾਂ ਚਮਿਆਰ ਹੈ ਜੀ, ਇਹ ਤਾਂ ਨੀਵੀਂ ਜਾਤ ਵਾਲਾ ਹੈ, ਕਹਿੰਦੇ ਜਾ ਕੇ ਕੁਟੰਬ ਕੇ ਢੇਡ ਢੋਰ ਢੋਵੰਤ ਫਿਰੇ, ਨਿਤੇ ਬਾ ਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੇ ਕਰੇ ਡੰਡੋਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਕਹਿੰਦੇ ਨਾਮ ਦੀ ਸ਼ਰਨ ਦੇ ਵਿੱਚ ਪੈ ਗਏ ਵੱਡੇ ਵੱਡੇ ਪੰਡਤ, ਵੱਡੇ ਵੱਡੇ ਰਾਜੇ ਮਹਾਰਾਜੇ ਵੀ ਚਰਨਾਂ ਦੇ ਵਿੱਚ ਝੁਕ ਗਏ।
ਸਾਰੇ ਪਾਸੇ ਜੈ ਜੈਕਾਰ ਹੋ ਗਈ। ਤਾਂ ਹੀ ਤਾਂ ਭਗਤ ਜੀ ਨੇ ਬਚਨ ਕੀਤੇ ਹਨ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਜਾ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੁਹੀ ਢਰੈ। ਕਹਿੰਦੇ ਲੋਕ ਕਹਿੰਦੇ ਸਨ ਵੀ ਇਸ ਦਾ ਪਰਛਾਵਾਂ ਨਾ ਮੈਨੂੰ ਪੈ ਜਾਵੇ, ਇਸ ਦਾ ਬਸਤਰ ਮੇਰੇ ਨਾਲ ਛੋਹ ਨਾ ਜਾਵੇ, ਇਸ ਦੇ ਲਾਗੇ ਮੈਨੂੰ ਸਾਹ ਵੀ ਨਾ ਲੈਣਾ ਪੈ ਜਾਵੇ। ਲੋਕ ਸੁੱਚ ਭਿੱਟ ਦੀਆਂ ਗੱਲਾਂ ਕਰਦੇ ਸਨ। ਕਹਿੰਦੇ ਅੱਜ ਉਹੀ ਲੋਕ ਕਦਮਾਂ ਤੇ ਆ ਗਏ ਹਨ ਜਿਹੜੇ ਕੱਲ ਸੁੱਚ ਭਿੱਟ ਦੀਆਂ ਗੱਲਾਂ ਕਰਦੇ ਸਨ। ਜਾ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੁਹੀ ਢਰੈ। ਨੀਚਹਿ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਸਤਿਗੁਰੂ ਜੀ ਕਹਿੰਦੇ ਰਵਿਦਾਸ ਜੀ ਚਮਿਆਰ ਜਾਤੀ ਦੇ ਨਾਲ ਸੰਬੰਧ ਰੱਖਣ ਵਾਲੇ ਸਨ। ਉਹਨਾਂ ਨੇ ਪ੍ਰਮਾਤਮਾ ਦੀ ਉਸਤਤ ਕੀਤੀ। ਹਰ ਕੀਰਤ ਨਿਮਖ ਇੱਕ ਗਾਏ। ਕਹਿੰਦੇ ਨਿਮਖ ਨਿਮਖ ਸਵਾਸ ਗਿਰਾਸ, ਜਿਨ੍ਹਾਂ ਨੇ ਪ੍ਰਮਾਤਮਾ ਦੀ ਇੱਕ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ, ਸੋਭਾ ਕੀਤੀ, ਕਹਿੰਦੇ ਉਹਨਾਂ ਦੀ ਵੀ ਫਿਰ ਸਾਰੇ ਪਾਸੇ ਜੈ ਜੈਕਾਰ ਹੋਈ। ਪਤਿਤ ਜਾਤ ਉੱਤਮ ਭਇਆ, ਚਾਰ ਵਰਨ ਪਈ ਪਗ ਆਈ। ਅਸਲ ਦੇ ਵਿੱਚ ਪਤਿਤ ਤਾਂ ਉਹ ਹੁੰਦਾ ਹੈ ਜਿਹੜੇ ਨੀਵੇਂ ਕਰਮ ਕਰਦਾ ਹੈ, ਜਿਹੜਾ ਆਪਣੇ ਇਖਲਾਕ ਦੇ ਵਿੱਚ ਡਿੱਗ ਪੈਂਦਾ ਹੈ। ਪਰ ਬੇਸਮਝ ਲੋਕ ਨੀਵੀਂ ਜਾਤ ਵਾਲੇ ਨੂੰ ਪਤਿਤ ਸਮਝਦੇ ਸਨ ਵੀ ਇਹ ਪਤਿਤ ਹੈ, ਨੀਵੀਂ ਜਾਤ ਵਾਲਾ ਹੈ। ਕਹਿੰਦੇ ਉਹ ਫਿਰ ਪਤਿਤ ਜਾਤ ਉੱਤਮ ਭਾਇਆ, ਉੱਚੇ ਹੋ ਗਏ। ਚਾਰੇ ਵਰਨਾਂ ਦੇ ਲੋਕ ਉਹਨਾਂ ਦੇ ਕਦਮਾਂ ਤੇ ਆ ਕੇ ਡਿੱਗ ਪਏ। ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਛੀਪਾ ਕਹਿ ਬੁਲਾਏ। ਸਤਿਗੁਰੂ ਜੀ ਕਹਿੰਦੇ ਭਗਤ ਨਾਮਦੇਵ ਜੀ ਦੀ ਵੀ ਪ੍ਰੀਤ ਉਸ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਲੱਗ ਗਈ। ਇਸ ਪ੍ਰੀਤ ਦੀ ਬਰਕਤ ਦਾ ਸਦਕਾ ਕਹਿੰਦੇ ਫਿਰ ਉਹਨਾਂ ਦੀ ਜੈ ਜੈਕਾਰ ਹੋਣ ਲੱਗ ਪਈ। ਜਿਹੜੇ ਲੋਕ ਅੱਧੀ ਦਮੜੀ ਦਾ ਕਹਿੰਦੇ ਸਨ ਵੀ ਇਹ ਸ਼ੀਂਬਾ ਹੈ, ਲੋਕ ਛੀਪਾ ਕਹਿ ਬੁਲਾਏ। ਜਿਹੜਾ ਨਾਮ ਰੱਖਿਆ ਸੀ ਉਹ ਨਾਮ ਲੈ ਕੇ ਨਹੀਂ ਬੁਲਾਉਂਦੇ ਸਨ, ਸ਼ੀਂਬਾ ਕਹਿ ਕੇ ਬੁਲਾਉਂਦੇ ਸਨ, ਉਹ ਸ਼ੀਂਬਿਆ ਇਧਰ ਆ। ਪਰ ਕਹਿੰਦੇ ਉਹੀ ਲੋਕ ਹੁਣ ਕਦਮਾਂ ਦੀ ਧੂੜ ਬਣ ਗਏ, ਉਹੀ ਫਿਰ ਕਦਮਾਂ ਤੇ ਆ ਗਏ। ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲਿਆ ਮੁਖ ਲਾਏ। ਸਤਿਗੁਰੂ ਜੀ ਕਹਿੰਦੇ ਖੱਤਰੀਆਂ ਬ੍ਰਾਹਮਣਾਂ ਨੂੰ ਪ੍ਰਮਾਤਮਾ ਨੇ ਪਿੱਠ ਦੇ ਦਿੱਤੀ। ਸ਼ਾਮ ਦੇ ਵਕਤ ਆਪਾਂ ਪੜ੍ਹਦੇ ਆ ਨਾ ਰਹਿਰਾ ਸਾਹਿਬ ਵੇਲੇ ਸਾਰੇ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਜਦ ਬੇਨਤੀ ਕੀਤੀ ਸੀ, ਮੰਦਰ ਦੇ ਵਿੱਚ ਧੱਕੇ ਪਏ ਸਨ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਆਲਾਵੰਤੀਏ ਭਰਮ ਜੋ ਹੈ ਮੁਝ ਉਪਰ ਸਭ ਕੋ ਪਿਲਾ। ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬੀਠਲਾ। ਸ਼ੂਦਰ ਕਿੱਧਰ ਆ ਗਿਆ, ਇਸ ਨੂੰ ਮੰਦਰ ਦੇ ਵਿੱਚੋਂ ਬਾਹਰ ਕੱਢੋ। ਧੱਕੇ ਮਾਰੇ। ਕਹਿੰਦੇ ਉਸ ਵਕਤ ਫਿਰ ਜਿਵੇਂ ਭਗਵਾਨ ਨੇ ਕਲਾ ਵਰਤਾਈ ਪ੍ਰਮਾਤਮਾ ਨੇ, ਉਸ ਦਾ ਵੀ ਭਗਤ ਜੀ ਨੇ ਜ਼ਿਕਰ ਕੀਤਾ ਹੈ। ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਛੇ ਬੈਠਾ ਜਾਏ। ਜਿਉ ਜਿਉ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ।
ਉਹ ਮੰਦਰ ਨੇ ਆਪਣਾ ਮੁਖ ਜਿਹੜਾ ਸੀ ਭਗਤ ਨਾਮਦੇਵ ਜੀ ਵੱਲੇ ਕਰ ਲਿਆ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਨਜ਼ਦੀਕ ਨਰਸੀ ਬਾਹਮਣੀ ਇਹਨਾਂ ਦਾ ਉੱਥੇ ਅਸਥਾਨ ਹੈ। ਅਜੇ ਵੀ ਉਹ ਮੰਦਰ ਦਾ ਮੁਖ ਦੂਸਰੇ ਪਾਸੇ ਨੂੰ ਹੈ, ਟੇਢਾ ਹੈ। ਭਗਤ ਜੀ ਵੱਲ ਕਰ ਲਿਆ, ਸਦਾ ਵਾਸਤੇ ਹੀ ਕਰ ਲਿਆ। ਕਹਿੰਦੇ ਜਿਹੜੇ ਹੰਕਾਰੀ ਸਨ ਉਹਨਾਂ ਵੱਲ ਪਿੱਠ ਕਰ ਲਈ। ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਥ ਤਿਨ ਤਿਲਕ ਕਢਾਏ। ਸਤਿਗੁਰੂ ਜੀ ਫਰਮਾਉਂਦੇ ਹਨ, ਕਹਿੰਦੇ ਇੱਕ ਨਹੀਂ, ਜਿੰਨੇ ਵੀ ਭਗਤ ਹਨ, ਜਿੰਨੇ ਵੀ ਪ੍ਰਭੂ ਦੇ ਸੇਵਕ ਹਨ, ਉਹਨਾਂ ਸਾਰਿਆਂ ਦਾ ਮਾਣ ਸਤਿਕਾਰ ਹੁੰਦਾ ਹੈ। ਕਿਉਂਕਿ ਜਿਨ੍ਹਾਂ ਦਾ ਸਤਿਕਾਰ ਪ੍ਰਭੂ ਆਪ ਕਰੇ, ਫਿਰ ਸਤਿਗੁਰੂ ਜੀ ਕਹਿੰਦੇ ਜਿਹੜੇ 68 ਤੀਰਥ ਹਨ ਉਹ ਵੀ ਉਹਨਾਂ ਦੇ ਮਸਤਕ ਦੇ ਉੱਪਰ ਆ ਕੇ ਟਿੱਕਾ ਲਗਾਉਂਦੇ ਹਨ, ਉਹਨਾਂ ਦਾ ਸਤਿਕਾਰ ਕਰਦੇ ਹਨ, ਉਹਨਾਂ ਦੇ ਚਰਨ ਪਰਸਦੇ ਹਨ, ਆਪ ਉਹਨਾਂ ਦਾ ਆ ਕੇ ਸਤਿਕਾਰ ਕਰਦੇ ਹਨ। ਜਿਵੇਂ ਪਟਨਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਜੈਤ ਮੱਲ ਜੀ ਨੂੰ ਗਊ ਦਾ ਰੂਪ ਧਾਰਨ ਕਰਕੇ ਗੰਗਾ ਇਸ਼ਨਾਨ ਕਰਾਉਣ ਵਾਸਤੇ ਆਇਆ ਕਰਦੀ ਸੀ, ਆਪ ਚੱਲ ਕੇ ਆਉਂਦੀ ਸੀ। ਭਗਤ ਜੀ ਨਹੀਂ ਗੰਗਾ ਤੇ ਜਾਂਦੇ ਸਨ, ਉਹ ਗੁਰਮੁਖ ਦਾ ਇਸ਼ਨਾਨ ਕਰਾਉਣ ਵਾਸਤੇ ਗੰਗਾ ਆਪ ਆਇਆ ਕਰਦੀ ਸੀ। ਇਸ ਕਰਕੇ ਕਹਿੰਦੇ 68 ਤੀਰਥ ਉਹਨਾਂ ਦਾ ਮਾਣ ਸਤਿਕਾਰ ਕਰਦੇ ਹਨ। ਜਨ ਨਾਨਕ ਤਿਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ। ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਜਿਗਿਆਸੂ ਰੂਪ ਹੋ ਕੇ ਬਚਨ ਕਰ ਰਹੇ ਹਨ, ਸਾਨੂੰ ਬੇਨਤੀ ਕਰਨ ਦਾ ਢੰਗ ਸਿਖਾਲ ਰਹੇ ਹਨ। ਕਹਿੰਦੇ ਇੰਜ ਬੇਨਤੀ ਕਰਨੀ ਚਾਹੀਦੀ ਹੈ ਕਿ ਹੇ ਪ੍ਰਭੂ, ਜੇ ਤੂੰ ਸਾਡੇ ਉੱਪਰ ਵੀ ਕਿਰਪਾ ਕਰੇ, ਇਸ ਤਰ੍ਹਾਂ ਦੇ ਗੁਰਮੁਖਾਂ ਦਾ, ਇਸ ਤਰ੍ਹਾਂ ਦੇ ਭਗਤਾਂ ਦਾ, ਇਸ ਤਰ੍ਹਾਂ ਦੇ ਸੰਤਾਂ ਦਾ, ਮਹਾਂਪੁਰਸ਼ਾਂ ਦਾ ਮਿਲਾਪ ਕਰਵਾ ਦਿਓ, ਤਾਂ ਕਿ ਅਸੀਂ ਵੀ ਉਹਨਾਂ ਦੇ ਚਰਨ ਪਰਸੀਏ, ਅਸੀਂ ਵੀ ਉਹਨਾਂ ਦੇ ਚਰਨਾਂ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਬਣਾਈਏ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੇ, ਹਉ ਢੂੰਢੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ। ਸੋ ਮੂਲ ਰੂਪ ਦੇ ਵਿੱਚ ਦੋ ਨੁਕਤੇ ਸਤਿਗੁਰੂ ਜੀ ਨੇ ਸਾਨੂੰ ਸਮਝਾਏ ਹਨ। ਇੱਕ ਪਰਮਾਤਮਾ ਦੇ ਨਾਮ ਦੀ ਓਟ ਲੈਣ ਵਾਸਤੇ ਸਤਿਗੁਰਾਂ ਨੇ ਹੁਕਮ ਕੀਤਾ ਹੈ, ਦੂਸਰਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਵਾਸਤੇ ਕਿ ਹੇ ਪ੍ਰਭੂ ਸਾਡੇ ਉੱਪਰ ਕਿਰਪਾ ਕਰੋ, ਸਾਨੂੰ ਵੀ ਇਸ ਤਰ੍ਹਾਂ ਦੀਆਂ ਜੁੜੀਆਂ ਹੋਈਆਂ ਆਤਮਾਵਾਂ ਦਾ ਮਿਲਾਪ ਕਰਾਓ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਥ ਤਿਨ ਤਿਲਕ ਕਢਾਏ। ਜਨ ਨਾਨਕ ਤਿਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।